सुख मनी सुख अमृत प्रभ नाम भगत जना कै मन विश्राम। अष्टपदी 24वीं श्लोक। पूरा प्रभ आराध्या पूरा जाका नाओ नानक पूरा पाया पूरे के गुण गाओ। सतगुर ਆਪਾਂ ਨੂੰ ਦੋ ਹੀ ਪੱਖ ਸਮਝਾਉਂਦੇ ਨੇ। ਪੂਰੇ ਬਾਰੇ ਸਮਝਾਉਂਦੀ ਹੈ ਬਾਣੀ, ਸਾਨੂੰ ਅਧੂਰੇ ਬਾਰੇ ਸਮਝਾਉਂਦੀ ਹੈ। ਇਹ ਦੋ ਹੀ ਪੱਖ ਆਪਾਂ ਵਿਚਾਰਾਂਗੇ ਫਿਰ ਹੀ ਆਪਾਂ ਨੂੰ ਇਹ ਸਮਝ ਆਉਣੀ ਹੈ। ਆਪਾਂ 23 ਸ਼ਲੋਕ ਜਿਹੜੇ ਪਿੱਛੇ ਕੀਤੇ ਨੇ ਉਹ ਵੀ ਆਪਾਂ ਨਾਲ ਨਾਲ ਲੈਣੇ ਨੇ। ਥੋੜ੍ਹੀ ਥੋੜ੍ਹੀ ਉਹਨਾਂ ਦੀ ਵਿਚਾਰ ਕਰ ਲੈਣੀ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਜਿੰਨਾ ਸਾਡਾ ਇਹ ਭਜਨ ਪਾਠ ਵਿਚਾਰ ਕੀਤੀ ਸਾਡੀ ਥਾਂ ਪਵੇ, ਸਾਡੀ ਸੇਵਾ ਸਫਲ ਹੋਵੇ। ਆਪਾਂ ਆਰਾਧਨਾ ਦੀ ਵਿਚਾਰ ਕਰੀਏ। ਪੂਰਾ ਪ੍ਰਭ ਆਰਾਧਿਆ। ਆਰਾਧਨਾ ਉਹ ਹੁੰਦੀ ਹੈ ਜੋ ਸਾਡੇ ਅੰਦਰ ਵਸਿਆ ਹੁੰਦਾ ਵਾ, ਜੋ ਇੱਛਾ ਹੁੰਦੀਆਂ ਉਹਦੀ ਫਿਰ ਆਰਾਧਨਾ ਬਣ ਜਾਂਦੀ ਹੈ। ਜਿਹੋ ਜਿਹਾ ਸਾਨੂੰ ਗਿਆਨ ਹੁੰਦਾ ਉਹੋ ਜਿਹੀ ਆਰਾਧਨਾ ਹੋ ਜਾਂਦੀ ਹੈ। ਪਰ ਇੱਥੇ ਜਿਹੜੇ ਗੁਰਸਿੱਖ ਸੰਗਤ ਗੁਰਸ਼ਬਦ ਦੀ ਕਮਾਈ ਕਰੂ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੂ, ਉਹਨੂੰ ਆਪਦੇ ਮੂਲ ਹਰ ਦਾ ਦਰਸ਼ਨ ਹੋਣਾ, ਪੂਰੇ ਪ੍ਰਭ ਦਾ ਦਰਸ਼ਨ ਹੋਣਾ ਜਿਹੜਾ ਸਾਡੀ ਮਨ ਬੁੱਧੀ ਤੋਂ ਭਰੇ ਆ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ। ਆਪਾਂ ਪਹਿਲਾ ਸ਼ਲੋਕ ਵਿਚਾਰੀਏ। ਆਦਿ ਗੁਰ ਏ ਨਵੇਂ ਯੁਗ ਆਦਿ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ। ਗੁਰ ਤੋਂ ਭਾਵ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਿਹੜੇ ਸਿਮਰਦੇ ਰਹਿੰਦੇ ਆ, ਵਿਚਾਰਦੇ ਰਹਿੰਦੇ ਆ, ਸਮਝਦੇ ਰਹਿੰਦੇ ਆ, ਉਹ ਆਪਦੇ ਮੂਲ ਹਰ ਨਾਲ ਲਏ ਹੋ ਜਾਂਦੇ ਆ, ਉਹਦੇ ਨਾਲ ਜੁੜੇ ਰਹਿੰਦੇ ਨੇ। ਗੁਰ ਤੋਂ ਬਾਅਦ ਫਿਰ ਪਾਰ ਬ੍ਰਹਮ ਦਾ ਦਰਸ਼ਨ ਹੁੰਦਾ। ਆਪਾਂ ਗੁਰ ਉਪਦੇਸ਼ ਰਾਹੀਂ ਇਹ ਸਾਰਾ ਕੁਝ ਸਮਝਣਾ ਵਾ। ਸਤਿਗੁਰਾਂ ਦੇ ਵਚਨ ਲਈਏ। ਭਇਓ ਕਿਰਪਾਲ ਠਾਕਰ ਰਹਿਓ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਫਿਰ ਪਾਰ ਬ੍ਰਹਮ ਭਾਵ ਨਾਮ ਹੁਕਮ ਦਾ ਦਰਸ਼ਨ ਹੁੰਦਾ ਹੈ। ਉਹੀ ਸਾਡਾ ਜਨਮ ਹੈ। ਉਹ ਚੌਥਾ ਪਦਾਰਥ ਹੈ। ਤੀਜਾ ਨਾਮ ਦਾ ਦਰਸ਼ਨ, ਨਾਮ ਦੀ ਭਗਤੀ। ਦੂਜਾ ਮੁਕਤੀ। ਪਹਿਲਾ ਗਿਆਨ। ਸਭ ਤੋਂ ਪਹਿਲਾਂ ਕੀ ਸਾਨੂੰ ਹੋਣਾ? ਗੁਰ ਦਾ ਗਿਆਨ ਹੋਣਾ ਹੈ। ਕੋਈ ਸਤਿਗੁਰਾਂ ਨੇ ਸਮਝਾਇਆ ਯੁੱਗ ਹੁੰਦੇ ਨੇ, ਜਦੋਂ ਸਮਾਂ ਸ਼ੁਰੂ ਹੋ ਜਾਂਦਾ ਜੁਗਾਦ ਗੁਰੇ ਨਵੇਂ, ਫਿਰ ਸਾਡਾ ਜੀਵਨ ਸ਼ੁਰੂ ਹੋ ਜਾਂਦਾ। ਮੋਹਿ ਨਾ ਵਿਸਾਰੋ ਜੀ ਕੇ ਜੀਵਨਾ। ਅਸੀਂ ਜੋ ਜੀ ਕਾ ਜੀਵਨ ਹੈ ਉਹਨੂੰ ਭੁੱਲ ਜਾਂਦੇ ਹਾਂ। ਚੇਤਨਾ ਦੇ ਮਾਇਆ ਨਾਲ ਰਿਸ਼ਤੇ ਪੈ ਜਾਂਦੇ ਆ ਸੰਸਾਰ ਵਿੱਚ, ਇਸ ਕਰਕੇ ਭੁੱਲ ਜਾਂਦੀ ਹੈ। ਮਾਇਆ ਦੇ ਬੰਧਨ ਪੈ ਜਾਂਦੇ ਨੇ। ਉਹ ਕਿਵੇਂ ਕੱਟਣੇ ਨੇ? ਹੁਣ ਆਪਾਂ ਗੁਰ ਕੀ ਮਤ ਨਾਲ ਕੱਟਣੇ, ਉਹਦੀ ਕਿਰਪਾ ਰਹਿਮਤ ਨਾਲ ਕੱਟਣੇ, ਤਾਂ ਆਪਾਂ ਨੂੰ ਕਾਲ ਛੱਡੂਗਾ। ਨਹੀਂ ਜੰਮਣ ਮਰਨ ਫਿਰ ਆਪਾਂ ਨੂੰ ਜਾਣਾ ਪਊਗਾ। ਤੁਮਰੀ ਕਿਰਪਾ ਤੇ ਮੂੰਹ ਬਨ ਛੂਟੇ ਛੂਟ ਜਾਏ ਪਰਮਾਈ। ਹੁਣ ਆਪਾਂ ਗੁਰ ਬਾਰੇ ਸਮਝਿਆ। ਗੁਰ ਤੋਂ ਬਾਅਦ ਫਿਰ ਪਾਰ ਬ੍ਰਹਮ ਦਾ ਦਰਸ਼ਨ ਹੈ। ਅਸੀਂ ਸਿੱਧਾ ਪਰਮੇਸ਼ਰ ਦਾ ਭਾਲਦੇ ਹਾਂ। ਅੱਖਾਂ ਕੰਨਾਂ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਸਾਡੀ ਸੋਚ ਦਾ ਅਸੀਂ ਉਹਨੂੰ ਮਹਿਸੂਸ ਕਰ ਲਈਏ, ਉਹਦਾ ਵਿਸ਼ਾ ਨਹੀਂ ਹੈਗਾ। ਗੁਰਸ਼ਬਦ ਦੇ ਗਿਆਨ ਤੋਂ ਬਾਅਦ ਫਿਰ ਇਹ ਭਗਤੀ ਸ਼ੁਰੂ ਹੁੰਦੀ ਹੈ। ਪਹਿਲਾਂ ਸਮਝਣਾ ਭਗਤੀ ਕੀ ਹੈ, ਫਿਰ ਇਹ ਭਗਤੀ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਪਹਿਲੀ ਅਸ਼ਟਪਦੀ 'ਚ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਕਲੇਸ਼ ਸਾਡੇ ਅੰਦਰ ਨੇ ਭਾਈ, ਵਿਕਾਰ ਕਲੇਸ਼ ਦਿੰਦੇ ਨੇ। ਜੇ ਅਸੀਂ ਸਮਝਾਂਗੇ ਵਿਚਾਰਾਂਗੇ ਉਹ ਗਿਆਨ ਨਾਲ, ਫਿਰ ਇਹ ਸਾਨੂੰ ਛੱਡ ਜਾਂਦੇ ਨੇ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਹਰ ਹਰ ਨਾਮ ਜਪੰਤੇ ਹਾਂ ਕਿਸ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਆਪਣਾ ਮੂਲ, ਆਤਮਾ ਦਾ ਹਰ ਮੂਲ ਜਿਹੜਾ ਹਰ ਬਿਸਰਤ ਸਦਾ ਖੁਆਰੀ, ਇਹਦੀ ਖੁਆਰੀ ਖਤਮ ਹੋਣੀ ਹੈ। ਕਿਵੇਂ ਹੋ? ਗੁਰ ਸ਼ਬਦ ਦੇ ਗਿਆਨ ਨਾਲ। ਜੇ ਆਪਾਂ ਭਾਣੇ ਚੱਲਾਂਗੇ, ਜੇ ਆਪਣੀ ਮੱਤ ਨਾਲ ਚੱਲਾਂਗੇ ਫਿਰ ਜੰਮਣ ਮਰਨ ਚਲੇ ਜਾਵਾਂਗੇ। ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਏ, ਗੁਰ ਕੇ ਭਾਣੇ ਜੋ ਚੱਲੇ ਪਾਈ ਬਹੁਤ ਬੈਠਾ ਹੈ। ਹੁਣ ਦੂਜਾ ਸ਼ਲੋਕ ਵਿਚਾਰੀਏ ਆਪਾਂ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ। ਜਿਹੜੇ ਗੁਰਸਿੱਖ ਸਮਝਦੇ ਵਿਚਾਰਦੇ ਰਹਿੰਦੇ ਨੇ ਉਹ ਦੀਨ ਸੱਚ ਦੀ ਸ਼ਰਨ ਚਲੇ ਜਾਂਦੇ ਨੇ, ਉਹ ਸਮਝ ਲੈਂਦੇ ਨੇ। ਪਹਿਲਾਂ ਅਸੀਂ ਟੁੱਟੇ ਰਹਿੰਦੇ ਹਾਂ, ਜੰਮਣ ਮਰ 'ਚ ਰਹਿੰਦੇ ਹਾਂ। ਜਦੋਂ ਗੁਰਸ਼ਬਦ ਦਾ ਗਿਆਨ ਹੋ ਜਾਂਦਾ, ਸਾਡੀ ਭਗਤੀ ਸ਼ੁਰੂ ਹੁੰਦੀ ਹੈ, ਫਿਰ ਅਸੀਂ ਉਹਦੀ ਸ਼ਰਨ ਚਲੇ ਜਾਂਦੇ। ਸ਼ਰਨ ਕਿਵੇਂ ਜਾਵਾਂਗੇ ਭਾਈ? ਸ਼ਰਨ ਤਾਂ ਪਹਿਲਾਂ ਤਿਆਗ ਕਰਨਾ ਪਊ ਨਾ ਆਪਾਂ ਨੂੰ, ਮਾਇਆ ਦਾ, ਸੰਸਾਰ ਦਾ, ਇੱਛਾ ਦਾ ਤਿਆਗ ਕਰਨਾ ਪਊਗਾ। ਉਹੀ ਤਾਂ ਭਗਤੀ ਹੈ। ਸੱਚ ਦੇ ਗਿਆਨ ਤੋਂ ਬਾਅਦ ਫਿਰ ਇਹ ਸਾਡੀ ਭਗਤੀ ਸ਼ੁਰੂ ਹੁੰਦੀ ਹੈ, ਜਦੋਂ ਅਸੀਂ ਗੁਰੂ ਭਗਤ ਦਰਸਾਏ ਰਾਹ 'ਤੇ ਚੱਲਦੇ ਹਾਂ। ਇਹ ਭਗਤ ਗੁਰੂ ਸਾਹਿਬਾਨਾਂ ਦਾ ਮਾਰਗ ਹੈ। ਆਪਾਂ ਇਹ 'ਤੇ ਐਂ ਚੱਲਣਾ, ਨਦੀਆਂ ਪਵੇ ਸਮੁੰਦਰ ਨਾ ਜਾਣੀਆਂ। ਨਦੀਆਂ ਨਾਲੇ ਨਹੀਂ ਜਾਣਦੇ, ਸਮੁੰਦਰ ਨੂੰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ। ਇਵੇਂ ਉਹ ਗੁਰਸਿੱਖ ਗੁਰੂ ਦਾ ਰੂਪ ਹੋ ਜਾਂਦੇ ਨੇ। ਪਹਿਲਾਂ ਗੁਰ ਦਾ ਦਰਸ਼ਨ,
ਸਭ ਤੋਂ ਪਹਿਲਾਂ ਗੁਰਦਰਸ਼ਨ ਕੀ ਹੈ? ਬਾਣੀ। ਇਹ 'ਚ ਜਿਹੜਾ ਗਿਆਨ ਪੈਦਾ ਹੋਣਾ ਇਹ ਗੁਰਦਰਸ਼ਨ ਹੈ। ਫਿਰ ਤੀਜਾ ਸ਼ਲੋਕ ਆਪਾਂ ਵਿਚਾਰੀਏ, ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ? ਬਹੁਤ ਸ਼ਾਸਤਰ ਸਿਮਰਤੀ ਪੇਖੇ ਸਰਬ ਢਟੋਲ। ਸਤਿਗੁਰ ਸਮਝਾਉਂਦੇ ਆ ਤੀਜੇ ਸ਼ਲੋਕ 'ਚ, ਭਾਈ ਜਿਹੜੇ ਸਿਮਰਤ ਸ਼ਾਸਤਰ ਗਿਆਨ ਨੇ, ਜਿਹੜੇ ਅਸੀਂ ਬਾਹਰ ਭਟਕਦੇ ਫਿਰਦੇ ਹਾਂ, ਉਹਨਾਂ 'ਚ ਕੀ ਆ? ਪੁੰਨ ਪਾਪ ਦੀ ਵਿਚਾਰ ਹੈ। ਪੁੰਨ ਕਰੇ ਤੇ ਐਂ ਹੋ ਜਾਂਦਾ, ਪਾਪ ਕਰੇ ਤੇ ਐਂ ਹੋ ਜਾਂਦਾ। ਨਹੀਂ ਭਾਈ, ਪਾਪ ਪੁੰਨ ਹਮਰੇ ਵਸ ਨਹੀਂ, ਪਾਪ ਪੁੰਨ ਤਾਂ ਪਈ ਕਹਾਵਤ। ਸਤਿਗੁਰ ਸਮਝਾਉਂਦੇ ਜਦੋਂ ਹੋਈ ਸਾਰਾ ਕੁਛ ਹੁਕਮ 'ਚ ਹੋ ਰਿਹਾ ਵਾ, ਤਾਂ ਫਿਰ ਪਾਪ ਪੁੰਨ ਕਿਵੇਂ ਹੋ ਗਿਆ? ਪਰ ਮਨ ਨਹੀਂ ਨਾ ਮੰਨਦਾ, ਇਸ ਕਰਕੇ ਸਾਨੂੰ ਸਜ਼ਾ ਮਿਲਦੀ ਹੈ। ਮਨ ਨੂੰ ਮਨਾਉਣਾ, ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ। ਮਨ ਵਸਾਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਤਾਂ ਹੀ ਹੋਊਗੀ ਭਾਈ ਜੇ ਆਪਾਂ ਭਾਣੇ ਚੱਲਾਂਗੇ। ਭਾਣੇ 'ਚ ਮਨ ਚੱਲਦਾ ਨਹੀਂ ਹੈ, ਕਿਵੇਂ ਚੱਲੂ? ਗੁਰ ਸ਼ਬਦ ਦੇ ਗਿਆਨ ਨਾਲ ਫਿਰ ਮਨ ਸਮਝ ਜਾਂਦਾ ਹੈ। ਭਗਤ ਕਬੀਰ ਜੀ ਸਮਝਾਉਂਦੇ ਹੈ, ਕਬੀਰ ਜਬ ਜਾਣੇ ਹਾਂ ਤਾਂ ਮਨ ਮਾਨਿਆ। ਜਦੋਂ ਗਿਆਨ ਹੋ ਜਾਂਦਾ ਹੈ ਫਿਰ ਮਨ ਮੰਨ ਜਾਂਦਾ ਹੈ। ਪੂਜਸ ਨਾਹੀਂ ਹਰ ਹਰੇ ਨਾਨਕ, ਨਾਮ ਅਮੋਲ। ਨਾਮ ਅਮੋਲ ਅਸੀਂ ਫਿਰ ਮਾਇਆ ਨਾਲ ਖਰੀਦਣਾ ਚਾਹੁੰਦੇ ਹਾਂ। ਇਹ ਤੀਜਾ ਸ਼ਲੋਕ ਸੀਗਾ। ਚੌਥਾ ਆ ਗਿਆ, ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵੀ ਨਾਲ। ਸਾਨੂੰ ਉਪਦੇਸ਼ ਹੈ ਬਾਣੀ ਦਾ। ਸਤਿਗੁਰ ਸਮਝਾਉਂਦੇ ਭਾਈ ਤੂੰ ਸਰੀਰ ਕਰਕੇ ਪੂਰਨ ਮੰਨੀ ਬੈਠਾ ਆਪਦੇ ਆਪ ਨੂੰ, ਗੁਣ ਤੇਰੇ 'ਚ ਕੋਈ ਵੀ ਨਹੀਂ ਹੈਗਾ। ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਬਿਨ ਗੁਣ ਕੀਤੇ ਭਗਤੀ ਨਾ ਹੋਈ, ਫਿਰ ਵੀ ਨਹੀਂ ਹਟਦੇ ਹੈਗੇ। ਗੁਣ ਸਾਡੇ 'ਚ ਕੋਈ ਨਹੀਂ, ਭੈ ਤੋਂ ਮੁਕਤ ਨਹੀਂ ਅਸੀਂ ਹੈਗੇ। ਨਿਰਵੈਰ ਸੰਸਾਰ ਦਾ ਵੈਰ ਵਿਰੋਧ ਕਰੀ ਜਾਂਦੇ, ਇੱਕ ਦੂਜੇ ਨੂੰ ਬੁਰਾ ਭਲਾ ਕਹੀ ਜਾਂਦੇ ਹਾਂ। ਕਾਲ ਤੋਂ ਮੁਕਤ ਨਹੀਂ ਹੈਗੇ, ਅਜੂਨੀ ਸਰੀਰ ਨਾਲ ਚਿੰਬੜੇ ਹੋਏ ਹਾਂ, ਪਰ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ। ਕੋਈ ਵੀ ਗੁਣ ਨਹੀਂ ਸਾਡੇ 'ਚ। ਉਹੀ ਤਾਂ ਬਾਣੀ ਸਾਨੂੰ ਉਪਦੇਸ਼ ਕਰਦੀ ਹੈ, ਸੋ ਪ੍ਰਭ ਸਦਾ ਸੰਭਾਲ। ਆਪਾਂ ਪਿੱਛੇ ਵੀ ਵਿਚਾਰ ਕੀਤੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਮਝ ਕੇ ਵਿਚਾਰ ਕੇ ਫਿਰ ਸਾਡਾ ਇਹ ਸੰਸਾਰ ਪਾਰ ਹੋਣਾ। ਇਹ ਹੱਥਾਂ ਜੋੜੀ ਕਰਨੀ ਹੈ ਭਾਈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੋ ਨਾ ਜਾਣੂ। ਭਗਤ ਜੀ ਤਾਂ ਐਂ ਕਹਿੰਦੇ ਭਾਈ, ਮੈਂ ਕੁਛ ਨਹੀਂ ਜਾਣਦਾ, ਮੈਂ ਅਜਾਣ ਆ। ਇਹ ਸੰਸਾਰ ਸਮੁੰਦਰ ਮੈਂ ਕਿਵੇਂ ਪਾਰ ਕਰੂੰਗਾ? ਪਰ ਆਪਾਂ ਤਾਂ ਆਪਦੇ ਆਪਣੀ ਪੂਰਨ ਮੰਨੀ ਬੈਠੇ ਹਾਂ। ਸਰੀਰ ਕਰਕੇ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਹਾਂ। ਸਰੀਰ 'ਤੇ ਤਾਂ ਕਾਲ ਹੈ ਭਾਈ। ਜਿੰਨੀਆਂ ਭਗਤੀਆਂ ਕਰਦੇ ਹਾਂ, ਹਟ ਯੋਗ ਤਪ ਯੋਗ, ਸਾਰੀਆਂ ਸਰੀਰ ਕਰਕੇ। ਨਹੀਂ ਭਾਈ, ਇਹ ਆਪਾਂ ਗੁਰ ਉਪਦੇਸ਼ ਰਾਹੀਂ ਚੱਲਣਾ। ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਭਾਲ। ਇਹਨੂੰ ਵਿਚਾਰਨਾ ਵਾ, ਇਹ ਤਨ ਇਕੱਠਾ ਕਰਨਾ ਵਾ। ਜਿਨ ਕੀਆ ਤੇ ਚੀਤ ਰੱਖ, ਜਿਹਨੇ ਸਾਨੂੰ ਜੀਵਨ ਦਿੱਤਾ, ਮਨੁੱਖਾ ਦੇਹੀ ਦਿੱਤੀ ਹੈ, ਸੰਸਾਰ ਸਾਡੀ ਖਾਤਰ ਰਚਿਆ ਵਾ, ਉਹਦੇ ਨਾਲ ਤਾਂ ਹੀ ਨਿਭੂਗੀ ਸਾਡੀ, ਜੇ ਅਸੀਂ ਭਾਣੇ 'ਚ ਰਹਾਂਗੇ ਭਾਈ। ਪੰਜਵਾਂ ਸ਼ਲੋਕ ਆ ਗਿਆ, ਦੇਨ ਹਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ, ਨਾਨਕ ਕਹੋ ਨਾ ਸਿੱਜੀਵੇ ਨਾਵੇਂ ਪਤ ਜਾਏ। ਦੇਨਹਾਰ ਨੂੰ ਭੁੱਲ ਗਏ ਅਸੀਂ ਭਾਈ। ਜਿਹੜੇ ਗੁਰਸਿੱਖ ਸੰਗਤ ਨੂੰ ਵਿਚਾਰਦੀ ਰਹੂਗੀ, ਉਹਨੂੰ ਗਿਆਨ ਹੋ ਜਾਊਗਾ, ਉਹ ਦੇਨਹਾਰ ਨਾਲ ਜੁੜ ਜਾਣਗੇ। ਸੰਸਾਰੀ ਸਵਾਰਥ ਤੋਂ ਉੱਚੀ ਉੱਠ ਖੜਨਗੇ ਭਾਈ ਉਹ। ਫਿਰ ਨਹੀਂ ਤਾਂ ਨਾਮ ਬਿਨਾਂ ਪੱਚਾ ਕਾਲ ਨੇ ਸਾਨੂੰ ਫਿਰ ਫੜ ਕੇ ਲੈ ਜਾਣਾ। ਭਗਤ ਕਬੀਰ ਜੀ ਕੀ ਸਮਝਾਉਂਦੇ ਨੇ, ਆਪਾਂ ਸੁਣੀਏ ਉਹਨਾਂ ਦੀ ਸ਼ਲੋਕ 'ਚ ਕੀ ਸਮਝਾਉਣਾ ਚਾਹੁੰਦੇ ਨੇ। ਕਬੀਰ ਊਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਵੱਧੇ ਜੰਮ ਪਰ ਜਾਏ। ਸਾਰਿਆਂ ਨੂੰ ਕਹਿੰਦੇ ਜੰਮ ਬਣ ਕੇ ਲੈ ਜਾਂਦਾ ਭਾਈ। ਤੁਸੀਂ ਸੰਸਾਰ 'ਚ ਕਿੱਡੇ ਮਹਿੰਗੇ ਵਸਤਰ ਪਾ ਕੇ, ਉੱਚੇ ਰੁਤਬੇ ਪ੍ਰਾਪਤ ਕਰਕੇ ਸੰਸਾਰ 'ਚ ਵਡਿਆਈ ਖੱਟੋ, ਪਰ ਜੰਮ ਨਹੀਂ ਛੱਡਦਾ ਹੈਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? 6ਵਾਂ ਸ਼ਲੋਕ ਆ ਗਿਆ, ਕਾਮ ਕ੍ਰੋਧ ਔਰ ਲੋਭ ਮੋਹ ਮਿੰਸ ਜਾਹਿਆ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗਰੇਵ। ਸਤਿਗੁਰ ਸਮਝਾਉਂਦੇ ਆ ਪਹਿਲੀ ਅਸ਼ਟਪਦੀ ਜਿਹੜਾ ਆਪਾਂ ਨੂੰ ਸਮਝਾਇਆ, ਸਿਮਰੋ ਜਾਸ ਬਿਸੰਬਰ ਏਕੇ, ਨਾਮ ਜਪਤ ਏਕੇ। ਬਿਸੰਬਰ ਜੀ ਨੇ ਵਿਸ਼ਵ ਸਾਜਿਆ ਭਾਈ, ਉਹਦਾ ਜਸ ਕਰਨਾ ਵਾ। ਉਹਦਾ ਜਸ ਤਾਂ ਕਰਾਂਗੇ ਜੇ ਅਸੀਂ ਵਿਕਾਰਾਂ ਤੋਂ ਰਹਿਤ ਹੋਵਾਂਗੇ। ਇਹੀ ਤਾਂ ਭਗਤੀ ਹੈ ਭਾਈ, ਇਹਦਾ ਤਿਆਗ ਕਰਨਾ। ਜਦ ਤੱਕ ਇਹਨਾਂ ਦੀ ਆਪਾਂ ਤੋਂ ਮੁਕਤੀ ਨਹੀਂ ਹੁੰਦੀ, ਇਹਨੂੰ ਤਾਂ ਆਪਣਾ ਖਹਿੜਾ ਨਹੀਂ ਛੁੱਟਦਾ, ਭਗਤੀ ਕਿਵੇਂ ਸਾਡੀ ਸ਼ੁਰੂ ਹੋ ਗਈ? ਇਹ ਪਹਿਲਾਂ ਬੇਨਤੀ ਹੱਥਾਂ ਜੋੜੀ ਇਹੀ ਅਰਦਾਸ ਕਰਨੀ ਹੈ, ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਹਿਆ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਗਿਆਨ ਦੇ ਦੇ, ਮਨ 'ਤੇ ਕਿਰਪਾ ਕਰ, ਸਾਨੂੰ ਵੀ ਗਿਆਨ ਦੇ ਦੇ, ਸਾਡਾ ਵੀ ਸੰਸਾਰ 'ਚੋਂ ਛੁਟਕਾਰਾ ਹੋ ਜਾਏ। ਇਹ ਭਗਤੀ ਕਰਨੀ ਹੈ ਭਾਈ। ਇਹ ਕੌਣ ਅਰਦਾਸ ਕਰਦੇ ਨੇ? ਜਿਹੜੇ ਸਮਝਦੇ ਵਿਚਾਰਦੇ ਪਹਿਲਾਂ ਤੋਂ ਤੁਰੇ ਹੋਏ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? 7ਵਾਂ ਸ਼ਲੋਕ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਵਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਗੰਮ ਅਗਾਧ ਹੁੰਦਾ ਹੈ ਜਿਹੜਾ ਸਾਡੀ ਮਨ ਬੁੱਧੀ ਪਕੜ ਤੋਂ ਪਰੇ, ਉਹ ਤਾਂ ਪਾਰ ਬ੍ਰਹਮ ਹੈ, ਹੁਕਮ ਹੈ, ਨਾਮ ਹੈ। ਨਾਮੇ ਉਤਪਤ ਨਾਮੇ ਪਰਲੋ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਹਦਾ ਤਾਂ ਦਰਸ਼ਨ ਕਰਨਾ, ਪਰ ਉਹਦਾ ਦਰਸ਼ਨ ਤਾਂ ਬੁੱਧੀ ਨੇ ਕਰਨਾ। ਜੇ ਮਨ ਛੱਡੂ ਤਾਂਹੀਓ ਕਰੂਗੀ। ਅਸੀਂ ਇੱਥੇ ਸਾਰਾ ਕੁਝ ਭਾਲੀ ਜਾਂਦੇ ਹਾਂ, ਪਰ ਜੋ ਉਹਨੂੰ ਸਮਝ ਲੈਂਦੇ ਨੇ, ਕੌਣ ਸਮਝਦੇ ਨੇ? ਜਿਹੜੇ ਪਹਿਲਾਂ ਤੋਂ ਗੁਰੂ ਭਾਣੇ ਅਨੁਸਾਰ ਚੱਲਦੇ ਨੇ,
ਜੋ ਜੋ ਕਹੇ ਸੋ ਮੁਕਤਾ ਹੈ, ਉਹ ਮੁਕਤ ਹੋ ਜਾਣਗੇ। ਉਹਨਾਂ ਨੂੰ ਪਤਾ ਲੱਗੂਗਾ ਚਰਚ ਕਥਾ ਕੀ ਹੈ। ਜਿਹੜੀ ਅਸੀਂ ਸਾਧ ਸੰਗਤ ਇੱਥੇ ਮੰਨੀ ਬੈਠੇ ਹਾਂ ਬਾਹਰ, ਇਹ ਨਹੀਂ ਸੰਗਤ ਹੁੰਦੀ ਹੈ, ਸਰੀਰ ਕਰਕੇ ਹੁੰਦੀ ਹੈ। ਗੁਰੂ ਘਰਾਂ 'ਚ ਜਾ ਕੇ ਵੀ ਜਿਹੜੀ ਸੰਗਤ ਅਸੀਂ ਮੰਨਦੇ ਹਾਂ ਉਹ ਤਾਂ ਵਾ ਸਾਡੀ, ਜੇ ਗੁਰਬਾਣੀ ਨੂੰ ਵਿਚਾਰਦੇ ਹਾਂ ਫਿਰ ਗੁਰ ਦੀ ਸੰਗਤ ਕਹਿ ਸਕਦੇ ਹਾਂ ਉਹਨੂੰ, ਗੁਰੂ ਦੀ ਸੰਗਤ ਕਹਿ ਸਕਦੇ ਹਾਂ, ਉਹਦੇ ਉੱਪਰ ਕੁਛ ਨਹੀਂ ਕਹਿ ਸਕਦੇ। ਵਿਚਾਰ ਤੋਂ ਬਾਅਦ ਜਿਹੜਾ ਗਿਆਨ ਪੈਦਾ ਹੋਣਾ ਜਿਹਨੂੰ ਹੋਊਗਾ ਉਹਦੀ ਸੰਗਤ ਸ਼ੁਰੂ ਹੋ ਜੂਗੀ ਭਾਈ। ਇਹ ਵਿਚਾਰਨਾਮਾ ਆਪਾਂ 8ਵਾਂ ਸ਼ਲੋਕ ਆ ਗਿਆ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਇਕਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਜਿਹਦੇ ਲੱਛਣ ਹੋਣਗੇ ਕਿਹਨਾਂ ਦੇ ਹੋਣਗੇ ਭਾਈ? ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਗੇ, ਜਿਹੜੇ ਪਹਿਲਾਂ ਤੋਂ ਹੀ ਸਿੱਧੇ ਰਾਹ ਚੱਲ ਪੈਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੇ ਮਿਟਾਓ। ਉਹਨਾਂ ਦੇ ਅੰਦਰ ਕੀ ਭਰ ਜੂ? ਸੱਚ ਭਰ ਜਾਊਗਾ। ਫਿਰ ਮੁਖ 'ਚੋਂ ਸੱਚ ਉਚਾਰਨ ਸ਼ੁਰੂ ਹੋ ਜਾਊਗਾ। ਉਹ ਫਿਰ ਇੱਕ ਨਾਲ ਜੁੜ ਜਾਣਗੇ। ਇੱਕ ਦਾ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਇਹ ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਣੀ ਮਾਇਆ। ਸਤਿਗੁਰੂ ਸਮਝਾਉਂਦੇ ਐਸੇ ਜਿਹੜੇ ਗੁਰਸਿੱਖ ਹੁੰਦੇ ਆ, ਉਹਨਾਂ ਦੇ ਜੇ ਲੱਛਣ ਹੁੰਦੇ, ਉਹਨਾਂ ਨੂੰ ਬ੍ਰਹਮ ਗਿਆਨ ਜ਼ਰੂਰ ਹੁੰਦਾ, ਆਤਮ ਗਿਆਨ ਹੋ ਜਾਂਦਾ ਉਹਨਾਂ ਨੂੰ। ਕਿੱਧਰੋਂ ਆਤਮਾ ਆਉਂਦੀ ਆ, ਕਿਵੇਂ ਇਹਦਾ ਛੁਟਕਾਰਾ ਹੁੰਦਾ, ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ, ਉਹਨਾਂ ਨੇ ਆਪਾਂ ਨੂੰ ਦੱਸਿਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਨ ਤੋਂ ਪਾਏ ਤਿੰਨਾ ਵੀ ਰੋਜੀ ਦੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੇ, ਅਗਨਤ ਭਰੇ ਭੰਡਾਰ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੇ ਬੇਪਰਵਾਹ। ਸ਼ਕਤੀ ਹੈ, ਸਾਰੇ ਨੂੰ ਆਪਦੇ ਹੁਕਮ ਚਲਾ ਰਿਹਾ, ਪਰ ਅਸੀਂ ਮੰਨਦੇ ਨਹੀਂ, ਸਾਨੂੰ ਗਿਆਨ ਨਹੀਂ ਹੈਗਾ। ਹੁਣ ਉਹੀ ਤਾਂ ਆਪਾਂ ਨੂੰ ਗਿਆਨ ਹੋਣਾ ਵਾ। ਇੱਥੇ ਆ ਗਿਆ ਹੁਣ 9ਵਾਂ ਸ਼ਲੋਕ, ਇਹਦੀ ਵਿਚਾਰ ਕਰੀਏ ਆਪਾਂ। ਉਰ ਧਾਰੇ ਜੋ ਅੰਤਰ ਨਾਮ ਸਰ ਮੈਂ ਪੇਖੇ ਭਗਵਾਨ। ਉਹ ਕੌਣ ਹੁੰਦੇ ਆ? ਜਿਹੜੇ ਗੁਰੂ ਭਗਤਾਂ ਦੇ ਮਾਰਗ 'ਤੇ ਚੱਲਦੇ ਆ। ਆਪਾਂ ਪਿੱਛੇ ਵਿਚਾਰ ਕਰਦੇ ਆਉਂਦੇ ਹਾਂ ਨਾਲ ਨਾਲ ਵੀ ਜਿਹੜੇ ਇਹ 'ਤੇ ਚੱਲਣਗੇ ਉਹ ਨਾਮ ਨਾਲ ਆਪਦੇ ਆਪ ਨੂੰ ਹੁਕਮ ਨਾਲ ਬੰਨ੍ਹ ਲੈਣਗੇ, ਉਹਨਾਂ ਦਾ ਮਨ ਭਾਣੇ 'ਚ ਆ ਜਾਊ। ਉਹ ਸਾਰਿਆਂ 'ਚ ਭਗਵਾਨ ਦਾ ਦਰਸ਼ਨ ਕਰਨਗੇ, ਭਾਵ ਆਪਦੇ ਮੂਲ ਦਾ। ਨਿਮਕ ਨਿਮਕ ਠਾਕਰ ਨਾਮ ਸਕਾਰੇ, ਨਾਨਕ ਉਹ ਪਰਸ। ਉਹ ਪਰਸ ਨੇ ਭਾਈ, ਮਾਇਆ ਤੋਂ ਪਰੇ ਚਲੇ ਜਾਂਦੇ ਨੇ, ਸਪਰਸ਼ ਨਹੀਂ ਕਰਦੇ, ਮਾਇਆ ਤੋਂ ਰਹਿਤ ਹੋ ਜਾਂਦੇ ਆ। ਸੋ ਵੈਸਨੋ ਜਿਨ ਤਜੇ ਵਿਕਾਰ, ਜਿਹੜੇ ਵਿਕਾਰਾਂ ਨੂੰ ਛੱਡ ਜਾਂਦੇ ਨੇ ਉਹਨੂੰ ਵੈਸਨੋ ਕਹਿੰਦੀ ਹੈ ਬਾਣੀ। ਪਰ ਆਪਾਂ ਸਰੀਰ ਕਰਕੇ ਧੋਣ ਕਰਕੇ ਪਵਿੱਤਰ ਮੰਨ ਲੈਂਦੇ, ਬਾਣੀ ਤਾਂ ਮੰਨਦੀ ਨਹੀਂ ਭਾਈ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਸੋਚੀ ਇਹ ਨਾ ਆਖੀਏ ਵਹਿਨ ਜੋ ਪਿੰਡਾ ਧੋਏ, ਸੁੱਚੇ ਸੇ ਹੀ ਨਾਨਕਾ ਜਿਸ ਮਨ ਵਸਿਆ ਸੋਏ। ਪਰ ਅਸੀਂ ਸਰੀਰ ਕਰਕੇ ਅਪਰਸ ਮੰਨੀ ਬੈਠੇ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ, ਇਹਨੂੰ ਵਿਚਾਰਦੇ ਰਹਿਣਾ। ਜਿਹੜੇ ਵਿਚਾਰਦੇ ਰਹਿਣਗੇ ਉਹ ਅਪਰਸ ਹੋ ਜਾਣਗੇ, ਮਾਇਆ ਤੋਂ ਪਰੇ ਚਲੇ ਜਾਣਗੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਮਿਲਾਵੇ। ਗੁਰ ਸ਼ਬਦ ਦਾ ਗਿਆਨ ਐਸਾ ਹੈ, ਆਪਦੇ ਪ੍ਰੀਤ ਨੂੰ ਸਤਿਗੁਰ ਦਾ ਦਰਸ਼ਨ ਕਰਾ ਦਿੰਦਾ ਹੈ, ਜਿੱਥੋਂ ਆਤਮਾ ਵਿਛੜ ਗਈ ਹੈ। ਹੁਣ 10ਵਾਂ ਸ਼ਲੋਕ ਆ ਗਿਆ। ਇਹ ਰਚਨਾ ਦੀ ਅਸ਼ਟਪਦੀ ਹੈ ਭਾਈ। ਉਸਤਤ ਕਰੀਏ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਨ ਪ੍ਰਕਾਰ। ਬਹੁ ਵਿਧੀਆਂ ਨੇ ਸੰਸਾਰ ਉਹਨੇ ਰਚਿਆ ਵਾ। ਉਸਤਤ ਸਾਰੇ ਕਰਦੇ, ਜਿੰਨੀ ਕਿਸੇ ਨੂੰ ਕੁਦਰਤ ਨੇ ਮੱਤ ਬਖਸ਼ੀ ਆ, ਉੱਥੇ ਕੀ ਉਹਨਾਂ ਕੀ ਉਹ ਵਿਚਾਰ ਕਰ ਸਕਦਾ, ਉਦੋਂ ਬਾਅਦ ਤਾਂ ਕਰ ਹੀ ਨਹੀਂ ਸਕਦਾ। ਰਚਨਾ ਬਾਰੇ ਆਪਾਂ ਨੂੰ ਸਮਝਾਇਆ, ਪਰ ਫਿਰ ਵੀ ਆਪਾਂ ਭਰਮ ਪਾ ਲੈਣੇ ਵੀ ਸਾਨੂੰ ਉੱਥੋਂ ਉਹ ਮਿਲ ਗਿਆ, ਉੱਥੋਂ ਉਹ ਮਿਲ ਗਿਆ। ਨਹੀਂ ਭਾਈ, ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਆਪ ਸਭ ਤੇ ਅਲਪਤੋ ਰਹੇ, ਆਪ ਪਰੇ ਹੈ ਮਾਇਆ ਤੋਂ, ਪਰੇ ਹੈ ਸਰੀਰ ਤੋਂ। ਸਾਰੀ ਸ੍ਰਿਸ਼ਟੀ ਉਹਨੇ ਸਾਜੀ ਹੈ, ਉਹਦਾ ਮਾਲਿਕ ਹੈ, ਸਰਵ ਵਿਆਪੀ ਹੈ। 11ਵੀਂ ਅਸ਼ਟਪਦੀ ਆ ਗਈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰਣੇ, ਜਲ ਥਲ ਮਈਲ ਸੋਈ। ਜਿਹੜੇ ਗੁਰਸਿੱਖ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ ਉਹ ਸਮਝ ਲੈਂਦੇ ਨੇ ਜੋ ਅਸੀਂ ਕਰ ਰਹੇ ਹਾਂ ਸਤਿ ਕਰਵਾ ਰਿਹਾ ਵਾ, ਸਾਰਾ ਕੁਛ ਹੁਕਮ 'ਚ ਹੋ ਰਿਹਾ। ਉਹੀ ਉਹਨਾਂ ਨੇ ਤਾਂ ਆਪਾਂ ਨੂੰ ਸਮਝਾਇਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੀ ਬੁਝੇ ਤਾਂ ਹਉਮੈ ਕਹੇ ਨਾ ਕੋਈ। ਉਹੀ ਤਾਂ ਬੁੱਝਦੇ ਨੇ ਭਾਈ ਗੁਰਸਿੱਖ ਜਿਹੜੇ ਭਾਣੇ ਚੱਲਦੇ ਨੇ। 12ਵੀਂ ਅਸ਼ਟਪਦੀ ਆ ਗਈ। ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ। ਸਤਿਗੁਰ ਸਮਝਾਉਂਦੇ ਨੇ ਉਹੀ ਸੁਖੀ ਵਸਦੇ ਨੇ ਇਹ ਸੰਸਾਰ ਦੇ ਵਿੱਚ। ਮਸਕੀਨ ਹੁੰਦਾ ਭਾਵ ਤਿਆਗੀ। ਇਹ ਗੁਣ ਵਾ ਆਪਣੇ 'ਚ ਕਿਹਦਾ? ਕੁਦਰਤ ਦਾ। ਕਦੋਂ ਪੈਦਾ ਹੁੰਦਾ? ਜਦੋਂ ਅਸੀਂ ਭਾਣੇ 'ਚ ਰਹਿੰਦੇ ਹਾਂ। ਚੁੱਪ ਧਾਰਨ ਵਾਲਾ, ਜੋ ਹੋ ਰਿਹਾ ਸੰਸਾਰ 'ਚ ਉਹਨੂੰ ਮਿੱਠਾ ਕਰਕੇ ਮੰਨਣ ਵਾਲਾ, ਉਹ ਆਪ ਨਿਵਾਰ ਦਿੰਦਾ। ਆਪ ਦੀ ਹੋਂਦ ਖਤਮ ਕਰਕੇ ਆਪ ਨਿਵਾਰ ਤਲੇ ਭਾਵ 10ਵੇਂ ਦੁਆਰ ਚਲਿਆ ਜਾਂਦਾ ਦੇਵਲੋਕ। ਉਹ ਸੁਖੀ ਵਸਦਾ ਹੈ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ, ਜਿਨ੍ਹਾਂ ਨੂੰ ਸੰਪਤ ਦਾ, ਉੱਚੇ ਰੁਤਬਿਆਂ ਦਾ, ਸੰਸਾਰ ਦੀ ਵਡਿਆਈਆਂ ਦਾ ਹੰਕਾਰ ਹੁੰਦਾ ਹੈ, ਫਿਰ ਸਤਿਗੁਰ ਸਮਝਾਉਂਦੇ ਆ ਭਾਈ ਉਹ ਜੰਮਣ ਮਾਰੂ ਚਲੇ ਜਾਂਦੇ ਨੇ। ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਲੈ ਲਈਏ। ਫਰੀਦਾ ਧਨ ਜੋਬਨ ਵਡਿਆਈਆਂ, ਗਰਭ ਜਿੰਨਾ ਆਗਾਹ, ਖਾਲੀ ਚਲੇ ਤਣੀ ਜਿਉਂ ਟਿੱਬੇ ਮੁਹਾਸ। ਬਾਬਾ ਫਰੀਦ ਜੀ ਐਂ ਸਮਝਾਉਂਦੇ ਨੇ ਭਾਈ ਜਿਵੇਂ ਟਿੱਬਿਆਂ 'ਚ ਮੀਂਹ ਪਿਆ ਕੰਮ ਨਹੀਂ ਆਉਂਦਾ। ਬਾਣੀ ਉਹਨਾਂ ਨੂੰ ਆਗਾਹ ਕਰਦੀ ਹੈ ਸੰਸਾਰ ਦੀਆਂ ਵਡਿਆਈਆਂ ਦੀ। ਜਿਹੜੀ ਕਮਾਈ ਉਹ ਕਰਦੇ ਨੇ ਲਾਸਟ ਐਂ ਹੁੰਦੀ ਹੈ ਜਿਵੇਂ ਟਿੱਬਿਆਂ 'ਚ ਮੀਂਹ ਪੈਂਦਾ। ਆਪਦਾ ਜੀਵਨ ਗਵਾ ਕੇ ਉਹ ਚਲੇ ਜਾਂਦੇ ਨੇ। ਅੱਗੇ ਆ ਗਈ 13ਵੀਂ ਅਸ਼ਟਪਦੀ। ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰਨਹਾਰ। ਸੰਤ ਕਾ ਮਾਰਗ ਹੈ ਭਾਈ ਇਹ। ਧਰਮ ਕੀ ਪੌੜੀ ਆਪਾਂ ਇਹ ਧਰਮ ਗਿਆਨ ਲੈਣਾ ਵਾ।
ਇਹ ਮਾਰਗ 'ਤੇ ਆਪਾਂ ਚੱਲਣਾ ਵਾ। ਪਰ ਰੋਜ਼ ਅਰਦਾਸ ਤੋਂ ਪਹਿਲਾਂ ਰਹਿਰਾਸ ਕੀਰਤਨ ਸੋਲਾ ਵੀ ਕਰਦੇ ਹਾਂ, ਰੋਜ਼ ਪੜ੍ਹਦੇ ਵਿਚਾਰਦੇ ਹਾਂ, ਪਰ ਅਮਲ ਨਹੀਂ ਕਰਦੇ ਹੈਗੇ। ਰੋਜ਼ ਅਸੀਂ ਬੇਨਤੀ ਕਰਦੇ ਹਾਂ, ਕਰੋ ਬਨੰਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਵਸਨ ਸਹੇਲਾ। ਸੰਤ ਦੀ ਸ਼ਰਨ ਜਾਵਾਂਗੇ ਭਾਈ, ਸੰਤ ਦਾ ਗਿਆਨ ਹੈ ਬਾਣੀ। ਦੇਵਲੋਕ ਸੰਤ ਮੰਡਲ ਮੇਂ ਜਨਮ ਮਰਨ ਰਹੇ, ਉੱਥੇ ਜੰਮਣ ਮਰਨ ਨਹੀਂ ਹੁੰਦਾ ਭਾਈ। ਇਹ ਕੀ ਹੈ? ਮ੍ਰਿਤ ਲੋਕ ਹੈ, ਜੰਮਣ ਮਰਨ। ਇੱਥੇ ਆਪਾਂ ਛੁਟਕਾਰਾ ਪਾਉਣਾ ਵਾ। ਇਹ ਦੁੱਖ ਸਾਗਰ ਹੈ, ਉਹ ਸੁੱਖ ਸਾਗਰ ਹੈ। ਜਿਹੜੇ ਉਹਦੀ ਸ਼ਰਨ ਚਲੇ ਜਾਂਦੇ ਨੇ ਉਹਨਾਂ ਦਾ ਆਧਾਰ ਹੋ ਜਾਂਦਾ, ਉਹ ਮਾਇਆ ਪਾਰ ਕਰ ਜਾਂਦੇ ਨੇ ਗੁਰੂ ਸ਼ਬਦ ਦੇ ਗਿਆਨ ਨਾਲ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਸਤਿਗੁਰ ਸਮਝਾਉਂਦੇ ਨੇ ਭਾਈ। ਜਿਹੜੇ ਫਿਰ ਹੁਕਮ ਦਾ ਵਿਰੋਧ ਕਰਦੇ ਨੇ, ਬਾਣੀ ਦਾ ਵਿਰੋਧ ਕਰਦੇ ਨੇ, ਉਹਨਾਂ ਨੂੰ ਫਿਰ ਬਹੁਰ ਬਹੁਰ ਜਨਮ ਲੈਣੇ ਪੈਂਦੇ ਨੇ। ਅੱਗੇ 14ਵੀਂ ਅਸ਼ਟਪਦੀ ਆ ਗਈ ਕਿ ਸਮਝਾਉਂਦੇ ਆ ਸਤਿਗੁਰ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਇਹ ਸਲੋਕ ਸਤਿਗੁਰਾਂ ਨੇ ਸਮਝਾਇਆ। ਸਿਆਣਪ ਅਸੀਂ ਕਰਦੇ ਹਾਂ ਭਾਈ, ਮਨ ਸਿਆਣਾ ਬਣ ਜਾਂਦਾ। ਜੋ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣੋ ਰਾਹ ਚਲਾਉਣਾ। ਸਤਿਗੁਰ ਸਮਝਾਉਂਦੇ ਆ, ਮਨ ਆਪਦਾ ਹੀ ਰਾਹ ਚਲਾ ਕੇ ਬਹਿ ਜਾਂਦਾ ਵਾ। ਇੱਥੇ ਮਨ ਦੀ ਨਹੀਂ ਚੱਲਦੀ। ਮਨ ਨੂੰ ਤਾਂ ਬੋਲਣ ਦੀ ਇਜਾਜ਼ਤ ਹੀ ਨਹੀਂ ਬਾਣੀ ਦੇ ਵਿੱਚ। ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਜੇ ਤੁਸੀਂ ਇਹ ਸੰਸਾਰ ਪਾਰ ਕਰਨਾ ਹੈ ਭਾਈ, ਗੁਰ ਉਪਦੇਸ਼ ਦੇ ਧਾਰਨੀ ਬਣਨਾ। ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਮਨ ਨੂੰ ਇਜਾਜ਼ਤ ਨਹੀਂ ਹੈਗੀ ਇੱਥੇ ਬੋਲਣ ਦੀ, ਪਰ ਫਿਰ ਵੀ ਬੋਲਦਾ ਹੈ। ਕੋਈ ਸਤਿਗੁਰ ਸਮਝਾਉਂਦੇ ਨੇ, ਤਜੋ ਸਿਆਣਪ ਸੁਰਜਨੋ, ਜਿਹੜੇ ਆਪਦੇ ਆਪ ਨੂੰ ਉੱਚੀ ਪਦਵੀ ਉੱਚੇ ਰੁਤਬੇ ਵਾਲੇ ਮੰਨਦੇ ਨੇ, ਸੰਸਾਰ ਜਿਹਨਾਂ ਦੇ ਪਿੱਛੇ ਲੱਗ ਜਾਂਦਾ ਭਾਈ, ਸਿਆਣਪ ਛੱਡ ਦਿਓ, ਸਿਮਰੋ ਹਰ ਹਰ ਰਾਏ। ਉਹੀ ਆ ਗਿਆ ਨਾ ਸਤਿਗੁਰਾਂ ਨੇ ਆਪਾਂ ਨੂੰ ਜਿਹੜੀ ਪਹਿਲੀ ਅਸ਼ਟਪਦੀ ਸਮਝਾਇਆ। ਹਰ ਨੂੰ ਸਿਮਰਨਾ ਸਮਝਣਾ। ਬਾਣੀ ਹਰ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰ ਦੁੱਖ ਲੱਥਾ, ਫੇਰ ਹੀ ਸਾਡਾ ਛੁਟਕਾਰਾ ਹੋਊਗਾ। ਜਿਹੜੇ ਵੀ ਉਹਨੂੰ ਸੁਣਨਗੇ ਉਹ ਅਮਰ ਹੋ ਜਾਣਗੇ, ਉਹਨਾਂ ਦਾ ਸੰਸਾਰ ਤੋਂ ਛੁਟਕਾਰਾ ਹੋ ਜਾਊਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਗਤੀ ਆਤਮਾ ਦੀ ਹੋਣੀ, ਆਪਾਂ ਸਰੀਰ ਦੀ ਕਰੀ ਜਾਂਦੇ ਹਾਂ। ਉਹ ਆਪਦੀ ਮੱਤ ਨਾਲ ਕਰਦੇ ਹਾਂ ਅਸੀਂ। ਸਰੀਰ ਨੂੰ ਸੋਧਣਾ ਹੁੰਦਾ, ਸਾਰੇ ਧਰਮ ਆਪਦੀ ਆਪਦੀ ਕਿਰਿਆ ਅਨੁਸਾਰ ਉਹਨੂੰ ਸੋਧਦੇ ਨੇ। ਗਤੀ ਇੱਥੇ ਆਤਮਾ ਦੀ ਹੋਣੀ, ਅਸੀਂ ਸਰੀਰ ਦੀ ਕਰੀ ਜਾਂਦੇ ਹਾਂ। ਇਹ ਸਾਨੂੰ ਕਿੱਥੋਂ ਪਤਾ ਲੱਗਦਾ? ਗੁਰ ਉਪਦੇਸ਼ ਤੋਂ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਜਦੋਂ ਸੱਚ ਦਾ ਗਿਆਨ ਹੋ ਜਾਂਦਾ, ਫਿਰ ਇੱਕ ਹੀ ਆਸ ਰਹਿ ਜਾਂਦੀ, ਦੂਜੀਆਂ ਆਸਾਂ ਖਤਮ ਹੋ ਜਾਂਦੀਆਂ ਨੇ। ਕਿਹਨਾਂ ਦੀਆਂ? ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ। ਜੇ ਮੁੱਢੋਂ ਹੀ ਗਲਤ ਪੈ ਗਏ, ਆਪਾਂ ਰਾਹ ਕਰਾਹੇ ਪੈ ਗਏ, ਫਿਰ ਨਹੀਂ ਇਹ ਪ੍ਰਾਪਤੀ ਹੋਣੀ। 15ਵੀਂ ਅਸ਼ਟਪਦੀ ਆ ਗਈ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਸਰਬ ਕਲਾ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਪਿੱਛੇ ਤੋਂ ਅਸੀਂ ਮੰਨਦੇ ਆਏ ਹਾਂ, ਪ੍ਰਚਲਿਤ ਮੱਤਾਂ ਜੋ ਚੱਲਦੀਆਂ ਆਈਆਂ, ਉਹ ਸਾਨੂੰ ਕੀ ਸਮਝਾ ਰਿਹਾ? 14 ਕਲਾ ਰਾਮ ਸਪੂਰਨ ਮੰਨਿਆ, 16 ਕਲਾ ਕ੍ਰਿਸ਼ਨ। ਪਰ ਬਾਣੀ ਕੀ ਕਹਿ ਰਹੀ ਹੈ? ਸਤਿਗੁਰ ਤਾਂ ਸਮਝਾਉਂਦੇ ਨੇ ਭਾਈ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ, ਜਦੋਂ ਸਾਨੂੰ ਉਹਨੇ ਪੈਦਾ ਕੀਤਾ, ਸਾਡੇ 'ਚ ਕਲਾ ਕਿੱਥੋਂ ਆ ਗਈ? ਮਾਟੀ ਕਾ ਪੁਤਲਾ ਕੈਸੇ ਨੱਚਦਾ, ਰਵਿਦਾਸ ਜੀ ਨੇ ਸਮਝਾਇਆ। ਮਿੱਟੀ 'ਚ ਜੋਤ ਪਾ ਕੇ ਨੱਚਣ ਲਾਤੀ ਉਹਨੇ, ਦਿਖਣ ਲਾਤਾ, ਸਾਰਾ ਕੁਝ ਸੁਣਨ ਲੱਗ ਗਿਆ, ਸੰਸਾਰ 'ਚ ਜੀਵਨ ਮਾਣ ਰਿਹਾ। ਸਾਰੀ ਕਲਾ ਫਿਰ ਕਿਹਦੀ ਹੋਈ? ਉਹੀ ਆਪਾਂ ਨੂੰ ਬਾਣੀ ਸਮਝਾ ਰਹੀ ਹੈ, ਪ੍ਰਭ ਦੀ ਹੈ। ਉਹ ਸਾਰਿਆਂ ਦੀ ਜਾਣਦਾ ਵੀ ਹੈ। ਜਾ ਕੇ ਸਿਮਰਨ ਉਧਰੀਏ, ਨਾਨਕ ਤਿਸ ਬਲਿਹਾਰ। ਜਿਹੜੇ ਉਹਦੇ ਗੁਰੂ ਸ਼ਬਦ ਨੂੰ ਵਿਚਾਰਦੇ ਨੇ, ਪ੍ਰਭ ਦੇ ਬਾਣੀ ਨੂੰ, ਉਹਨਾਂ ਦਾ ਆਧਾਰ ਹੋ ਜਾਂਦਾ। ਕੌਣ ਵਿਚਾਰਦੇ ਨੇ? ਜੋ ਬਾਣੇ ਚੱਲਦੇ ਨੇ ਭਾਈ, ਜੋ ਪਹਿਲਾਂ ਤੋਂ ਸਿੱਧੇ ਰਾਹ ਚੱਲਦੇ ਰਹਿਣਗੇ। ਆਪਣੀਆਂ ਅਵਸਥਾ ਵਲਦੀਆਂ ਆਉਣਗੀਆਂ, ਪ੍ਰਾਪਤੀ ਉਹਨਾਂ ਨੂੰ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਜਾ ਕੇ ਸਿਮਰਨ ਉਧਰੀਏ, ਨਾਨਕ ਤਿਸ ਬਲਿਹਾਰ। ਟੂਟੀ ਗਾਂਡਨਹਾਰ ਗੋਪਾਲ, ਸਰਬ ਜੀ ਆਪੇ ਪ੍ਰਿਤਪਾਲ। ਐਸਾ ਕੋਈ ਜੀਵ ਹੈ ਜੋ ਭਾਈ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਸਕਦਾ ਹੈ? ਫਿਰ ਵੀ ਅਸੀਂ ਬਾਹਰ ਬਣਾਉਂਦੇ ਟੁੱਟੀ ਨੂੰ, ਜਗ੍ਹਾ ਜਗ੍ਹਾ ਜਾਂਦੇ ਹਾਂ, ਭਟਕਦੇ ਹਾਂ। ਕਿਉਂ ਭਟਕਦੇ ਹਾਂ? ਗੁਰੂ ਨੂੰ ਛੱਡ ਕੇ। ਨਹੀਂ, ਐਸੀ ਗਲਤੀ ਨਹੀਂ ਕਰਨੀ, ਫਿਰ ਜਨਮ ਵਾਰ-ਵਾਰ ਨਹੀਂ ਮਿਲਦਾ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੋ ਵਾਰ, ਜਿਉਂ ਬਨ ਫਲ ਪਾਕੇ ਭੂਏ ਗਿਰੇ, ਬਹੁਰ ਨਾ ਲਾਗੇ ਡਰ। 16ਵੀਂ ਅਸ਼ਟਪਦੀ ਆ ਗਈ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਰੂਪ ਨ ਰੇਖ ਨ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਵੇ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਰੂਪ ਅੱਖਾਂ ਨੂੰ ਦਿਖਣ ਵਾਲਾ ਕੋਈ ਐਸਾ ਰੂਪ ਨਹੀਂ, ਉਹਦਾ ਸਾਡੀ ਮਨ ਬੁੱਧੀ ਦੀ ਪਕੜ ਤੋਂ ਹੀ ਪਰੇ ਹੈ। ਉਹ ਨਿਰਾਕਾਰ ਆਕਾਰ ਤੋਂ ਰਹਿਤ, ਉਹੀ ਤਾਂ ਆਪਾਂ ਨੂੰ ਬਾਣੀ ਗਿਆਨ ਕਰਾ ਰਹੀ ਹੈ। ਪਰ ਆਪਾਂ ਆਪਣੇ ਆਪਣੇ ਧਰਮਾਂ ਦੇ ਵਿੱਚ ਉਹਨੂੰ ਸੀਮਤ ਕਰਤਾ। ਕਿਸੇ ਨੇ ਕਿਤੇ ਬਿਠਾਤਾ, ਕਿਸੇ ਨੇ ਕਿਤੇ ਬਿਠਾਤਾ। ਨਾਲੇ ਕਹਿੰਦੇ ਵੀ ਹੈ ਸਰਵ ਵਿਆਪੀ ਹੈ, ਪਰ ਜਿਹੜੇ ਮੰਨ ਲੈਂਦੇ ਨੇ ਵੀ ਉਹ ਨਿਰਾਕਾਰ ਨਿਰੰਕਾਰ, ਉਹ ਸ਼ਕਤੀ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਨਾਂ 'ਤੇ ਕਿਰਪਾ ਉਹਦੀ ਹੁੰਦੀ ਹੈ, ਉਹਨਾਂ 'ਤੇ ਉਹ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਦਰਸ਼ਨ ਹੁੰਦਾ ਵਾ। 17ਵੀਂ ਅਸ਼ਟਪਦੀ ਆ ਗਈ। ਇਹ ਆਪਾਂ ਪਿੱਛੇ ਵੀ ਵਿਚਾਰੀ ਸੀਗੀ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਸੱਚ, ਜਦੋਂ ਸੰਸਾਰ ਨਹੀਂ ਹੁੰਦਾ, ਬਾਣੀ ਵਿੱਚ ਆਦਿ ਸੱਚ ਕਿ ਉਹ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ, ਉਹ ਹਮੇਸ਼ਾ ਹੀ ਰਹਿੰਦਾ ਵਾ। ਯੁੱਗ ਸ਼ੁਰੂ ਹੋ ਜਾਂਦੇ ਨੇ, ਫਿਰ ਸਮਾਪਤ ਵੀ ਹੋ ਜਾਂਦੇ ਨੇ। ਯੁੱਗ ਤੋਂ ਭਾਵ ਹੁੰਦਾ ਸਮਾਂ। ਜਦ ਸਮਾਂ ਸ਼ੁਰੂ ਹੋ ਗਿਆ, ਜਦ ਤੱਕ ਉਹਦੀ ਹੋਂਦ ਰਹਿੰਦੀ ਹੈ, ਸੱਚ ਹਮੇਸ਼ਾ ਰਹਿੰਦਾ, ਸੰਸਾਰ ਰਹੇ ਨਾ ਰਹੇ।
18ਵੀਂ ਅਸ਼ਟਪਦੀ ਆ ਗਈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸੇ ਕੁਦਰੇ ਨਾਨਕ ਹਰਿ ਗੁਣ ਗਾਓ। 18ਵੇਂ ਸ਼ਲੋਕ 'ਚ ਆਪਾਂ ਨੂੰ ਸਤਿਗੁਰ ਸਮਝਾਉਂਦੇ ਨੇ ਕੌਣ ਜਾਣਦੇ ਨੇ ਸਤਿਪੁਰਖ ਨੂੰ। ਸਤਿਪੁਰਖ ਨੂੰ ਭਾਈ ਉਹੀ ਜਾਣਦੇ ਨੇ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ, ਬਾਣੀ ਨੂੰ ਸਤ ਕਰਕੇ ਮੰਨਦੇ ਨੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਕਰਤਾ ਮੁਕੋ ਆਪ ਕਢਾਵੇ। ਕਰਤੇ ਪੁਰਖ ਦੀ ਬਾਣੀ ਹੈ ਭਾਈ, ਇਹ ਕਰਤੇ ਦਾ ਜਸ ਹੈ। ਆਪਾਂ ਸਮਝ ਕੇ ਆਪਾਂ ਵੀ ਕਰਨਾ ਵਾ, ਤਾਈਓ ਆਪਾਂ ਨੂੰ ਇਹ ਪ੍ਰਾਪਤੀ ਹੋਊਗੀ। ਸਤਿਪੁਰਖ ਨੂੰ ਜਾਣਨਾ ਪ੍ਰਾਪਤ ਆਪ ਹੀ ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਆ। ਸਤਿਗੁਰ ਮੇਰਾ ਸਦਾ ਸਦਾ ਉਹ ਆਵੇ ਨਾ ਜਾਈ, ਉਹ ਵਿਨਾਸੀ ਪੁਰਖ ਹੈ ਸਰ ਮੇ ਰਿਹਾ ਸਮਾਈ। ਫਿਰ ਇਹ ਸਰੀਰ ਸਤਿਪੁਰ ਕਿਵੇਂ ਹੋ ਗਿਆ? ਫਿਰ ਵੀ ਅਸੀਂ ਮੰਨ ਲੈਂਦੇ ਉਹ ਕੀ ਸਾਡੀ ਅਗਿਆਨਤਾ। ਇਹ ਸਾਨੂੰ ਕਿਵੇਂ ਸਮਝ ਆਊਗੀ? ਜਦੋਂ ਗਿਆਨ ਹੋਊਗਾ। ਜਿਹੜੇ ਇਹਨੂੰ ਵਿਚਾਰਦੇ ਰਹਿਣਗੇ ਉਹ ਸਤਿਗੁਰ ਨੂੰ ਜਾਣ ਲੈਣਗੇ। ਉਹਨਾਂ ਦੇ ਨਾਲ ਮਿਲ ਕੇ ਹੋਰ ਕਿੰਨੇ ਸੰਗਤ ਦਾ ਆਧਾਰ ਹੋ ਸਕਦਾ। ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਸ਼ਲੋਕ ਰੋਜ਼ ਪੜ੍ਹਦੇ ਹਾਂ ਆਪਾਂ, ਪਰ ਪੜ੍ਹ ਹੀ ਲੈਂਦੇ ਹਾਂ, ਵਿਚਾਰਦੇ ਨਹੀਂ ਹੈਗੇ। ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰ ਸਮਝਾਉਂਦੇ ਨੇ ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। 19ਵੀਂ ਅਸ਼ਟਪਦੀ ਆ ਗਈ, ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨਸਾਰ। ਦੋ ਧਨ ਦੱਸੇ ਨੇ ਭਾਈ, ਜਿਹੜਾ ਅਸੀਂ ਮਾਇਆ ਦਾ ਕਮਾਉਂਦੇ ਹਾਂ ਸਰੀਰ ਕਰਕੇ, ਉਹਦੀ ਵੀ ਕਮਾਈ ਕਰਨੀ ਹੈ, ਆਪਦੀ ਕਿਰਤ ਦੀ ਖਾਣੀ ਹੈ। ਹਾਥ ਪਾਉ ਕਾਮ ਕਰ ਸਭ ਜੀਤ ਨਿਰੰਜਨ ਨਾਲ, ਉਹ ਸਾਡੇ ਸਰੀਰ ਕਰਕੇ ਆ। ਇਹ ਹਰ ਹਰ ਨਾਮ ਕਮਾਵਣਾ, ਇਹ ਆਤਮਾ ਕਰਕੇ ਆ। ਜੇ ਇਹਦੀ ਕਮਾਈ ਕਰਾਂਗੇ ਆਪਾਂ, ਫਿਰ ਇਹ ਆਪਣੇ ਨਾਲ ਜਾਊਗੀ। ਆਪਾਂ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਨ ਸੇਲਾ। ਜਿਹਨੇ ਭਾਈ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ, ਫਿਰ ਹਰ ਨਾਮ ਦੀ ਕਮਾਈ ਤਾਂ ਕਰਨੀ ਪਊਗੀ। ਬਾਣੀ ਹਰ ਕਥਾ ਹੈ, ਇਹਨੂੰ ਵਿਚਾਰਦੇ ਰਹਿਣਾ, ਇਹ 'ਚੋਂ ਹਰ ਦਾ ਗਿਆਨ ਹੁੰਦਾ ਹੈ, ਫਿਰ ਸਾਨੂੰ ਹਰ ਦਾ ਦਰਸ਼ਨ ਹੁੰਦਾ ਹੈ। 4 ਲਾਵਾਂ ਨੇ, 4 ਬਾਣੀਆਂ ਨੇ, 4 ਖਾਣੀਆਂ ਨੇ, 4 ਪਦਾਰਥ ਨੇ, 4 ਦਰਸ਼ਨ ਨੇ। ਦਰਸ਼ਨ ਪਰਸਨ ਸਰਸਨ ਹਰਸਨ, ਹਰ ਤੱਕ ਆਪਾਂ ਕਿਵੇਂ ਪਹੁੰਚਾਂਗੇ? ਫਿਰ 20ਵਾਂ ਸ਼ਲੋਕ ਆ ਗਿਆ, ਫਿਰਤ ਫਿਰਤ ਪ੍ਰਭ ਆਇਆ, ਪਰਿਓ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲੈ। ਜਦੋਂ ਸਮਝ ਲੈਂਦੇ ਨੇ ਗੁਰਸਿੱਖ ਸੰਗਤ, ਵਿਚਾਰਨ ਤੋਂ ਬਾਅਦ ਜਦੋਂ ਮਨ ਟਿਕ ਜਾਂਦਾ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਸਤਿਗੁਰ ਸਮਝਾਉਂਦੇ ਨੇ, ਉਹੀ ਗੁਰਸਿੱਖ ਨੇ ਫਿਰ ਉਹੀ ਹੱਥਾਂ ਜੋੜੀ ਬੇਨਤੀ ਕਰਦੇ ਨੇ, ਅਰਦਾਸ ਕਰਦੇ ਨੇ, ਇਹ ਦਾਤਾ ਸਾਨੂੰ ਵੀ ਆਪਦੀ ਭਗਤੀ ਲਾ। ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਗੁਣ ਸਾਡੇ 'ਚ ਕੋਈ ਨਹੀਂ, ਭਗਤ ਬਣ ਜੇ ਨੇ ਅਸੀਂ ਸਰੀਰ ਕਰਕੇ। ਉਹ ਸਾਡੀ ਅਗਿਆਨਤਾ ਹੈ, ਸਾਨੂੰ ਸੱਚ ਦੇ ਗਿਆਨ ਨਾਲ ਸਮਝ ਆ ਜਾਂਦੀ ਹੈ, ਫਿਰ ਮਨ ਆਪਦੀ ਹੋਂਦ ਛੱਡ ਦਿੰਦਾ ਵਾ। 21ਵੀਂ ਆ ਗਈ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਣਾ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਇਹ ਤਿੰਨੇ ਨਿਰੰਕਾਰ ਦੇ ਰੂਪ ਨੇ। ਸੁਨ ਸਮਾਧੀ ਜਦੋਂ ਸੰਸਾਰ ਨਹੀਂ ਹੁੰਦਾ, ਅਰਵਦ ਨਰਵਦ ਧੰਦੂਕਾਰਾ, ਧਰਨ ਨਾ ਗਗਨ ਆਕਾਸ਼, ਉਹ ਅਵਸਥਾ ਵਾ ਸੁਨ ਸਮਾਧ। ਜਿਹੜਾ ਸਰਗੁਣ ਹੈ ਸਾਡੇ ਅੰਦਰ ਹਰ ਗੁਣ ਸਹਿਤ, ਨਿਰਗੁਣ ਮਨ ਹੈ, ਪਰ ਆਪਦੇ ਆਪ ਨੂੰ ਗੁਣਵਾਨ ਬੰਨੀ ਬੈਠਾ ਵਾ। ਕਦੋਂ ਸਮਝ ਆਉਂਦੀ ਹੈ ਸਾਨੂੰ? ਆਪਣਾ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਜਦੋਂ ਜਾਪ ਅਸੀਂ ਸਮਝਦੇ ਹਾਂ, ਵਿਚਾਰਦੇ ਹਾਂ, ਫਿਰ ਸਾਨੂੰ ਸਮਝ ਆਉਂਦੀ ਵੀ ਗੁਣ ਤਾਂ ਸਾਡੇ 'ਚ ਕੋਈ ਨਹੀਂ, ਫਿਰ ਮਨ ਮੰਨ ਜਾਂਦਾ। ਹੁਣ ਆ ਗਈ 22ਵੀਂ ਅਸ਼ਟਪਦੀ, ਜੀ ਜੰਤ ਕੇ ਠਾਕਰਾ, ਆਪੇ ਵਰਤਨ ਹਾਰ, ਨਾਨਕ ਇੱਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਸਤਿਗੁਰ ਸਮਝਾਉਂਦੇ ਨੇ, ਜੀ ਜੀਵਾਤਮਾ, ਜੰਤ ਸਰੀਰ, ਇਹਦਾ ਕੌਣ ਠਾਕਰ ਆ? ਜਿਹਨੇ ਸ੍ਰਿਸ਼ਟੀ ਸਾਜੀ ਆ ਭਾਈ, ਸਾਰਿਆਂ ਨੂੰ ਬੰਨ੍ਹ ਕੇ ਰੱਖਿਆ। ਅਰਦਾਸ ਵੀ ਆਪਾਂ ਰੋਜ਼ ਕਰਦੇ ਹਾਂ, ਤੁਮ ਠਾਕਰ ਤੁਮ ਪੇ ਅਰਦਾਸ, ਜੀਓ ਪਿੰਡ ਸਭ ਤੇਰੀ ਰਾਹ। ਸਾਰਾ ਕੁਛ ਹੀ ਉਹਦਾ ਵਾ, ਉਹੀ ਠਾਕਰ ਆ, ਸਾਰਿਆਂ ਨੂੰ ਉਹਨੇ ਬੰਨ੍ਹ ਕੇ ਰੱਖਿਆ ਹੋਇਆ, ਉਹੀ ਤਾਂ ਵਰਤ ਰਿਹਾ ਸਾਰਿਆਂ 'ਚ। ਜਿਹੜੇ ਸੁਣਦੇ ਵਿਚਾਰਦੇ ਰਹਿੰਦੇ ਨੇ, ਕਮਾਈ ਕਰਦੇ ਰਹਿੰਦੇ ਨੇ ਸ਼ਬਦ ਦੀ, ਉਹਨਾਂ ਦੀ ਦ੍ਰਿਸ਼ਟੀ ਇੱਕ 'ਤੇ ਚਲੀ ਜਾਂਦੀ ਹੈ। ਉਹਨਾਂ ਨੇ ਆਪਾਂ ਨੂੰ ਸਮਝਾਇਆ ਵਾ, ਦੂਜਾ ਕਹਿ ਦ੍ਰਿਸ਼ਟਾ। ਦੂਜਾ ਤਾਂ ਹੈ ਹੀ ਨਹੀਂ ਕੋਈ, ਪਰ ਅਸੀਂ ਮੰਨੀ ਬੈਠੇ ਹਾਂ, ਸੰਸਾਰ ਦੇ ਵਿੱਚ ਅਨੇਕਾਂ ਮੰਨੀ ਬੈਠੇ। 23ਵੀਂ ਅਸ਼ਟਪਦੀ ਆ ਗਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਿਹੜੇ ਗੁਰਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ, ਉਹਨਾਂ 'ਤੇ ਕਿਰਪਾ ਰਹਿਮਤ ਹੁੰਦੀ ਹੈ, ਉਹਨਾਂ ਨੂੰ ਗਿਆਨ ਹੋ ਜਾਂਦਾ, ਅਗਿਆਨਤਾ ਉਹਨਾਂ ਦਾ ਹਨੇਰ ਖਤਮ ਹੋ ਜਾਂਦਾ ਵਾ। ਬਾਣੀ ਗੁਰਬਾਣੀ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਗੁਰਬਾਣੀ ਚਾਨਣ ਹੈ, ਹਨੇਰੇ ਦਾ ਦੁਸ਼ਮਣ ਕੀ ਹੈ? ਚਾਨਣ। ਹਨੇਰਾ ਖਤਮ ਹੋ ਜਾਂਦਾ, ਭਰਮ ਖਤਮ ਹੋ ਜਾਂਦਾ। ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਸਾਨੂੰ ਹਰ ਸੰਤ ਦਾ ਦਰਸ਼ਨ ਹੁੰਦਾ ਵਾ, ਅਸੀਂ ਸਿੱਧਾ ਅੱਖਾਂ ਨਾਲ ਭਾਲਦੇ ਹਾਂ। ਉਹ ਸੰਸਾਰੀ ਨੇ ਭਾਈ, ਉਹ ਤਾਂ ਅਨੇਕਾਂ ਉਪਦੇਸ਼ ਪਏ ਆਪਣੇ ਕੋਲੇ। ਸੁਣੋ ਸੰਤੋ ਸਬਦ ਧਰੋ ਪਿਆਰੋ, ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਰਾਮ ਸਰਨ ਬਿਸਰਾਮਾ, ਸਾਧੋ ਇਹ ਮਨ ਗਹਿਓ ਨਾ ਜਾਏ। ਦਸਮ ਪਾਤਸ਼ਾਹ ਵੀ ਆਪਾਂ ਨੂੰ ਸਮਝਾਉਂਦੇ ਆ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ, ਕੋਈ ਨਾ ਪਗ ਪ੍ਰਾਣਪਤੀ ਕੇ। ਉਹਨਾਂ ਦੀਆਂ ਆਪਦੀਆਂ ਮੱਤਾਂ ਨੇ, ਪਰ ਆਪਾਂ ਤਾਂ ਗੁਰ ਕੀ ਮੱਤ ਲੈਣੀ ਹੈ। ਹੁਣ 24ਵੀਂ ਅਸ਼ਟਪਦੀ ਆ ਗਈ, ਉਹਨਾਂ ਨੂੰ ਹੀ ਪ੍ਰਾਪਤੀ ਹੋਣੀ ਆ ਭਾਈ, ਉਹਨਾਂ ਦੀ ਆਰਾਧਨਾ ਸ਼ੁਰੂ ਹੋਣੀ ਆ। ਆਰਾਧਨਾ ਕੀ ਹੁੰਦੀ ਹੈ? ਜੋ ਅਸੀਂ ਕਮਾਈ ਕਰਦੇ ਹਾਂ। ਸਾਈਂ ਬਸਤ ਪ੍ਰਾਪਤ ਹੋਈ, ਜਾਂ ਸੋਂ ਲਾਇਆ ਹੇਤ, ਅੰਤ ਨੂੰ ਸਾਨੂੰ ਉਹੀ ਚੀਜ਼ ਪ੍ਰਾਪਤ ਹੋਣੀ ਆ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ, ਜੋ ਸਾਡੀ ਇੱਛਾ ਵਾ।
ਪਰ ਇੱਛਾ ਦਾ ਤਿਆਗ ਕਰਕੇ ਪਹਿਲਾਂ ਹੀ ਗੁਰਸਿੱਖਤਾ ਆਪਦੇ ਘਰ ਚਲੇ ਜਾਂਦੇ ਆ। ਪਿੱਛੇ ਆਪਾਂ ਸਲੋਕ ਵਿਚਾਰਿਆ, ਜਿਨੀ ਨਾਮ ਤੇ ਆਇਆ, ਜਿਨ੍ਹਾਂ ਦਾ ਧਿਆਨ ਭਾਵ ਹੁਕਮ ਨਾਲ ਰਾਬਤਾ ਹੋ ਗਿਆ, ਜਿਨ੍ਹਾਂ ਨੂੰ ਹੁਕਮ ਦਾ ਦਰਸ਼ਨ ਹੋ ਗਿਆ, ਸੰਸਾਰ ਚੋਂ ਨਿਕਲ ਜਾਂਦੇ ਨੇ ਸਮਝਦੇ ਵਿਚਾਰਦੇ ਹੀ। ਹੁਣ ਆਪਾਂ ਇੱਕ ਪਤਾ ਰਹਿ ਗਿਆ, ਜਿਵੇਂ ਸਲੋਕ ਦੇ ਨਾਲ ਆਪਾਂ ਪਿੱਛੇ ਕਰਦੇ ਆਏ ਹਾਂ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਉਹੀ ਤਾਂ ਪਾਰ ਬ੍ਰਹਮ ਨੂੰ ਨੇੜੇ ਦੇਖ ਲੈਂਦੇ ਨੇ। ਕਿਹਦੇ ਨਾਲ? ਧਿਆਨ ਨਾਲ। ਅੱਖਾਂ ਦਾ ਕੰਨਾਂ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਅਸੀਂ ਅੱਖਾਂ ਕੰਨਾਂ ਨਾਲ ਤਾਂ ਮਹਿਸੂਸ ਹੀ ਨਹੀਂ ਕਰ ਸਕਦੇ, ਸਾਡੀ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਉਹ ਅਗੰਮ ਅਗਾਧ ਪਾਰ ਬ੍ਰਹਮ ਸੋਏ ਹੈ। ਪਰ ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਉਹਦਾ ਦਰਸ਼ਨ ਹੁੰਦਾ ਹੈ। ਕਿਹਨੂੰ ਹੁੰਦਾ ਹੈ? ਬੁੱਧੀ ਨੂੰ। ਬੁੱਧੀ ਜਦੋਂ ਮਨ ਨੂੰ ਜਿੱਤ ਲੈਂਦੀ ਹੈ, ਸੰਸਾਰ 'ਚੋਂ ਛੁਟਕਾਰਾ ਉਹਦਾ ਹੋ ਜਾਂਦਾ। ਉਸ ਤੋਂ ਬਾਅਦ ਭਗਤੀ ਸਾਡੀ ਸ਼ੁਰੂ ਹੁੰਦੀ ਹੈ। ਮਨ ਜੀਤੇ ਜਗ ਜੀਤ ਤੋਂ ਵੀ ਇਹੀ ਭਾਵ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਉਹੀ ਤਾਂ ਨਿਕਟ ਕਰਕੇ ਦੇਖਦੇ ਨੇ। ਇੱਕ ਹੁੰਦਾ ਦੇਖਣਾ, ਇੱਕ ਹੁੰਦਾ ਪੇਖਣਾ। ਪੇਖਣਾ ਕਿਹਦੇ ਨਾਲ? ਬੁੱਧੀ ਨਾਲ। ਦੇਖਣਾ ਹੁੰਦਾ ਅੱਖਾਂ ਨਾਲ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਾਈਏ ਰੇ। ਫਿਰ ਉਸ ਅਵਸਥਾ 'ਚ ਜਾ ਕੇ ਮਨ ਬੁੱਧੀ ਸੰਸਾਰ ਦਾ ਤਿਆਗ ਕਰਦੇ ਨੇ। ਜਦੋਂ ਦ੍ਰਿਸ਼ਟੀ ਮਿਲਦੀ ਹੈ, ਸਾਨੂੰ ਗਿਆਨ ਮਿਲਦਾ। ਉਹਨੂੰ ਬਾਣੀ ਵਿੱਚ ਦਿਵ ਦ੍ਰਿਸ਼ਟੀ ਕਿਹਾ ਵਾ। ਸਾਂਸ ਸਾਂਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚੰਦ। ਉਹੀ ਸਾਂਸ ਸਾਂਸ ਗੋਬਿੰਦ ਦੇ ਨਾਲ ਜੁੜੇ ਰਹਿੰਦੇ ਨੇ, ਉਹੀ ਉਹਦੇ ਗੁਣ ਗਾਉਂਦੇ ਨੇ, ਉਹੀ ਉਹਦਾ ਜਸ ਕਰਦੇ ਨੇ। ਉਸ ਅਵਸਥਾ ਜਾ ਕੇ ਦੇਵ ਲੋਕ ਗੋਬਿੰਦ ਨਾਲ ਜੁੜ ਕੇ ਹੀ ਇਹ ਗੁਣ ਗਾਏ ਜਾਂਦੇ ਨੇ। ਉੱਥੇ ਜਾ ਕੇ ਸਾਨੂੰ ਬਾਣੀ ਸਮਝ ਆਉਂਦੀ ਹੈ। ਪਰ ਇਸ ਤਾਂ ਸੰਸਾਰ ਹੈ, ਮ੍ਰਿਤ ਲੋਕ 'ਚ ਸਾਰਾ ਕੁਛ ਭਾਲੀ ਜਾਂਦੀ। ਇਹ ਤਾਂ ਛੱਡਣਾ ਪੈਣਾ ਆਪਾਂ ਨੂੰ। ਮਰਨ ਲਿਖਾਏ ਮੰਡਲ ਮੇ ਆਏ। ਅੱਗੇ ਸਤਿਗੁਰ ਕੀ ਸਮਝਾਉਂਦੇ? ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗੇ ਮੰਗਣਾ ਭਾਈ। ਸੰਤ ਜਨਾਂ ਦੀ ਬਾਣੀ ਹੈ। ਇਹ ਗਿਆਨ ਨਾਲ ਸਾਡਾ ਜਿਹੜਾ ਹੈਗਾ ਛੁਟਕਾਰਾ ਹੋਣਾ ਵਾ। ਜਿਹੜੀ ਸਾਡੀ ਇੱਛਾ ਉੱਠਦੀਆਂ, ਜਿਵੇਂ ਸਮੁੰਦਰ 'ਚ ਲਹਿਰਾਂ ਉੱਠਦੀਆਂ, ਤਰੰਗਾਂ, ਐ ਸਾਡੇ ਅੰਦਰ ਅੱਖਾਂ ਦੇਖ ਕੇ ਇੱਛਾ ਪੈਦਾ ਹੋ ਜਾਂਦੀ ਹੈ। ਕੰਨ ਸੁਣਦੇ ਨੇ, ਇੱਛਾ ਪੈਦਾ ਹੋ ਜਾਂਦੀ ਹੈ। ਅੱਖੀਂ ਵੇਖ ਨਾ ਰੱਜੀਆਂ ਵੋ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਬਣ ਪੈ ਹਾਸੇ। ਸਵਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਰੱਜ ਨਾ ਕੋਈ ਜੀਵਿਆ ਘੂੜੇ ਪ੍ਰਵਾਸੇ। ਸਤਿਗੁਰ ਸਮਝਾਉਂਦੇ ਆ ਭਾਈ, ਇਹ ਜਿਹੜੇ ਸਾਡੇ ਗਿਆਨ ਇੰਦਰੀ ਨੇ, ਮਾਇਆ ਦੇ ਨੇ, ਮਾਇਆ ਨਾਲ ਜੁੜੇ ਰਹਿੰਦੇ ਨੇ। ਇਹਨਾਂ ਦਾ ਤਿਆਗ ਕਰਨਾ, ਗੁਰ ਕੀ ਮੱਤ ਲੈਣੀ ਆਪਾਂ, ਫਿਰ ਪਾਰ ਨਿਕਲਾਂਗੇ। ਗੁਰ ਕੀ ਮੱਤ ਕੀ ਹੈ? ਗਿਆਨ ਮੱਤ। ਗਿਆਨੀਆਂ ਦਾ ਮਾਰਗ ਹੈ ਇਹ। ਗੁਰ ਕੀ ਮੱਤ ਤੋਂ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸੰਤ ਜਨਾਂ ਕੀ ਧੂਰ ਮਨ ਮੰਗ, ਭਾਵ ਗਿਆਨ ਦੀ ਰੋਜ਼ ਅਰਦਾਸ ਵੀ ਆਪਾਂ ਕਰਦੇ ਹਾਂ। ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਫਿਰ ਸਾਨੂੰ ਇਹ ਸਾਧ ਸੰਗਤ ਗੁਰ ਸ਼ਬਦ ਦੇ ਨਾਲ ਫਿਰ ਇਹ ਪ੍ਰਾਪਤੀ ਹੁੰਦੀ ਹੈ। ਸਾਧ ਦਾ ਦਰਸ਼ਨ ਹੁੰਦਾ ਹੈ ਜਦੋਂ ਅਸੀਂ ਮਨ ਨੂੰ ਸਾਧ ਲੈਂਦੇ। ਜਦੋਂ ਬੁੱਧੀ ਆਪਦੇ ਮਨ ਨੂੰ ਸਾਧ ਲੈਂਦੀ ਹੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਫਿਰ ਸਾਨੂੰ ਪ੍ਰਾਪਤੀ ਹੁੰਦੀ ਹੈ। ਫਿਰ ਇਹ ਅਗਨ ਸਾਗਰ, ਦੁੱਖ ਸਾਗਰ ਅਸੀਂ ਪਾਰ ਕਰ ਜਾਂਦੇ ਹਾਂ। ਕਦੋਂ? ਜਦੋਂ ਆਪ ਦਾ ਤਿਆਗ ਕਰ ਦਿੰਦੇ ਹਾਂ। ਆਪ ਛੋੜ ਬੇਨਤੀ ਕਰੋ। ਆਪ ਦਾ ਤਿਆਗ ਕਰਕੇ ਫਿਰ ਬੇਨਤੀ ਜਦੋਂ ਕਰਦੇ ਹਾਂ, ਉਹ ਭਗਤੀ ਹੈ। ਪਹਿਲਾਂ ਅਸੀਂ ਭਗਤੀ ਨੂੰ ਸਮਝ ਲੈਂਦੇ, ਸਾਨੂੰ ਭਰਮ ਪੈ ਜਾਂਦਾ ਵਾ। ਜਿਹੜੀ ਅਸੀਂ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਥਾਨਾਂ 'ਤੇ ਸੇਵਾ ਕਰਦੇ ਹਾਂ, ਉਹ ਸਾਡਾ ਫਰਜ਼ ਬਣਦਾ। ਉੱਥੋਂ ਸਾਨੂੰ ਕੁਛ ਗਿਆਨ ਮਿਲਦਾ, ਕੋਈ ਸੋਝੀ ਮਿਲਦੀ ਹੈ। ਉਹਨੂੰ ਸੇਵਾ ਮੰਨ ਕੇ ਹੰਕਾਰ ਪੈਦਾ ਕਰ ਲੈਂਦੇ ਹਾਂ। ਨਹੀਂ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਫਿਰ ਜਾ ਕੇ ਕਿਤੇ ਮਨ ਬੁੱਧੀ ਗੁਰ ਭਾਵ ਹਰ, ਇਹਦਾ ਮੂਲ ਫਿਰ ਦਰਸ਼ਨ ਕਰਦੀ ਹੈ ਉਹਦੀ। ਫਿਰ ਉਹਦੇ ਅੱਗੇ ਝੁਕਦੀ ਹੈ ਜਦੋਂ ਗਿਆਨ ਹੋ ਜਾਂਦਾ। ਕਿਹਨਾਂ ਨੂੰ ਗਿਆਨ ਹੁੰਦਾ? ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਇਹ 24 ਅਸ਼ਟਪਦੀਆਂ ਦੀ ਆਪਾਂ ਵਿਚਾਰ ਕੀਤੀ। ਜਿਹੜੇ ਗੁਰੂ ਭਗਤਾਂ ਦਰਸਾਏ ਰਾਹ ਚੱਲਣਗੇ, ਉਹਨਾਂ ਨੂੰ ਇਹ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਜਿਹੜਾ ਅਸੀਂ ਰੋਜ਼ ਪੜ੍ਹਦੇ ਵਿਚਾਰਦੇ ਹਾਂ, ਸਾਨੂੰ ਵੀ ਕੋਈ ਪ੍ਰਾਪਤੀ ਹੋਵੇ। ਬਾਣੀ ਦੇ ਵਿੱਚ ਅਸੀਂ ਅਨੇਕਾਂ ਪੰਕਤੀਆਂ ਗੁਰੂ ਭਗਤ ਸਾਹਿਬਾਨਾਂ ਦੇ ਅਨੁਸਾਰ ਨਹੀਂ ਬੋਲ ਸਕਦੇ। ਸਾਡੀ ਮਤ ਸੰਸਾਰੀ ਹੈ, ਗਲਤੀਆਂ ਹੁੰਦੀਆਂ ਨੇ। ਭੁੱਲ ਚੁੱਕ ਵਿੱਚ ਮਾਫ ਹੈ। ਬਾਣੀ ਦੇ ਵਿੱਚ ਭੁੱਲੇ ਚੁੱਕ ਕੇ ਬਾਹਰ ਭੁੱਲ ਜਾਂਦੇ ਹਾਂ ਅਸੀਂ, ਇਆਣੇ ਆ, ਕੁਦਰਤ ਮਾਫ ਕਰ ਦਿੰਦੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।